ਆਪ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦਾ ਪਾਠ ਫ੍ਰੈਂਚ ਸਿੱਖਣ ਦਾ ਪੰਜਾਬੀ ਰਾਹੀਂ। ਅੱਜ ਅਸੀਂ ਜ਼ਿਕਰ ਕਰਾਂਗੇ ਦੋ ਜਿਹੜੇ ਸਵਾਲ ਨੇ, ਇਹਨਾਂ ਨੂੰ ਕਿਵੇਂ ਇਸਤੇਮਾਲ ਕਰਨਾ ਹੈ। ਕੋਈ ਚੀਜ਼ ਹੈ ਤੇ ਉਹਦੀ ਕਿੰਨੀ ਕੀਮਤ ਹੈ, ਕਿੰਨੇ ਦਾ ਹੈ, ਕਿੰਨੇ ਦੀ ਹੈ। ਔਰ ਗਿਣਤੀ ਅਸੀਂ ਕਿਸੇ ਚੀਜ਼ ਦੀ ਪੁੱਛਦੇ ਹਾਂ, ਕਿੰਨੀ ਕਮੀਜ਼ਾਂ ਪਈਆਂ ਨੇ ਤੇ ਕਿੰਨੇ ਅੰਬ ਹੈਗੇ ਹੈ। ਇਹਨਾਂ ਨੂੰ ਕਿਵੇਂ ਫ੍ਰੈਂਚ ਵਿੱਚ ਇਸਤੇਮਾਲ ਕਰਨਾ ਹੈ, ਆਓ ਫ੍ਰੈਂਚ ਸਿੱਖੀਏ। ਲਰਨ ਫ੍ਰੈਂਚ ਥਰੂ ਪੰਜਾਬੀ ਕੋਸ਼ਿਸ਼ ਹੈਗੀ ਹੈ ਕਲਿਆਣ ਐਜੂਕੇਸ਼ਨ ਵੱਲੋਂ ਤੁਹਾਡੇ ਵਾਸਤੇ ਐਸੇ ਪਾਠ ਲੈ ਕੇ ਆਉਣ ਦੀ ਜੋ ਆਸਾਨ ਹੋਣ, ਤੁਹਾਡੇ ਕੰਮ ਆਉਣ। ਲਰਨ ਫ੍ਰੈਂਚ ਥਰੂ ਪੰਜਾਬੀ, ਆਓ ਫ੍ਰੈਂਚ ਸਿੱਖੀਏ। Combien ou combien de? Combien, combien de? ਜਿਵੇਂ ਉਰਦੂ ਵਿੱਚ ਕਿਹਾ ਜਾਂਦਾ ਹੈ, ਇੱਕ ਨੁਕਤੇ ਨਾਲ ਖੁਦਾ ਜੁਦਾ ਹੋ ਜਾਂਦਾ ਹੈ, ਤੇ ਹਿੰਦੀ 'ਚ ਕਹਿੰਦੇ ਨੇ ਚਿੰਤਾ ਔਰ ਚਿਤਾ 'ਚ ਇੱਕ ਬਿੰਦੀ ਦਾ ਫਰਕ ਹੈ। ਉਸੇ ਤਰੀਕੇ ਇਹਦੇ ਵਿੱਚ ਇੱਕ ਦ ਜੋ ਲਿਖਿਆ ਹੈ ਉਸੇ ਦਾ ਫਰਕ ਹੈ। ਹੁਣ ਅਸੀਂ ਜਿਸ ਵੇਲੇ ਕਹਿੰਦੇ ਹਾਂ ਕੋਈ ਚੀਜ਼ ਕਿੰਨੇ ਦਾ ਹੈ, ਕਿੰਨੇ ਦੀ ਹੈ, ਤੇ ਅਸੀਂ ਜਿਹੜਾ ਦਾ ਲਗਾਉਂਦੇ ਹਾਂ ਫ੍ਰੈਂਚ 'ਚ ਉਸ ਵੇਲੇ ਨਹੀਂ ਲਗਾਇਆ ਜਾਂਦਾ ਜਿਸ ਵੇਲੇ ਉਹਦੀ ਕੀਮਤ ਪਤਾ ਕਰ ਰਹੇ ਹੋਈਏ। ਉਸ ਵੇਲੇ ਉਹ ਦਾ ਜਿਵੇਂ ਪੰਜਾਬੀ 'ਚ ਹੈ, ਉਸ ਵੇਲੇ ਉਹਦਾ ਇਸਤੇਮਾਲ ਫ੍ਰੈਂਚ 'ਚ ਨਹੀਂ ਹੋਏਗਾ। ਲੇਕਿਨ ਜਿਸ ਵੇਲੇ ਅਸੀਂ ਪੁੱਛਦੇ ਹਾਂ ਕਿੰਨੇ ਅੰਬ ਨੇ, ਅਸੀਂ ਨਹੀਂ ਲਗਾਉਂਦੇ ਹਾਂ ਉੱਥੇ ਦਾ, ਫ੍ਰੈਂਚ ਲੋਕ ਲਗਾਉਂਦੇ ਨੇ ਕੋਂਬੀਆਂ ਦ। ਠੀਕ ਹੈ ਜੀ, ਇਹ ਥੋੜ੍ਹਾ ਜਿਹਾ ਨੁਕਤੇ ਦਾ ਧਿਆਨ ਰੱਖਣਾ ਹੈ ਕਿ ਜਿੱਥੇ ਪੰਜਾਬੀ 'ਚ ਹੈਗਾ ਉੱਥੇ ਫ੍ਰੈਂਚ 'ਚ ਨਹੀਂ ਹੈ, ਜਿੱਥੇ ਫ੍ਰੈਂਚ 'ਚ ਹੈ ਉੱਥੇ ਪੰਜਾਬੀ 'ਚ ਨਹੀਂ ਹੈ। ਸਮਝਣ ਵਾਸਤੇ ਅੰਗਰੇਜ਼ੀ 'ਚ ਵੀ ਲਿਖਿਆ ਹੈ, ਥੋੜ੍ਹਾ ਜਿਹਾ ਆਸਾਨ ਕਰਨ ਵਾਸਤੇ, ਕਿਸੇ ਨੂੰ ਉਸ ਤਰੀਕੇ ਸਮਝ ਆ ਜਾਏ। ਤੇ ਕੋਂਬੀਆਂ ਦੇ ਮਾਇਨੇ ਹੋਏ ਹਾਊ ਮੱਚ, ਜਿਸ ਲਈ ਅਸੀਂ ਕਿਸੇ ਚੀਜ਼ ਦੀ ਕੀਮਤ ਦੀ ਗੱਲ ਕਰ ਰਹੇ ਹਾਂ। ਔਰ ਕੋਂਬੀਆਂ ਦ ਕਰਕੇ ਜਦ ਸਵਾਲ ਬਣਾਵਾਂਗੇ ਤੇ ਤਾਂ ਅਸੀਂ ਕਿਸੇ ਚੀਜ਼ ਦੀ ਗਿਣਤੀ ਬਾਰੇ ਪੁੱਛ ਰਹੇ ਹੋਵਾਂਗੇ, ਤੇ ਹੋ ਜਾਏਗਾ ਹਾਊ ਮੈਨੀ। ਇੱਕ ਹੋ ਜਾਏਗੀ ਕੀਮਤ ਔਰ ਇੱਕ ਹੋ ਜਾਏਗੀ ਉਹਦੀ ਮਿਕਦਾਰ, ਉਹਦੀ ਕੁਆਂਟੀਟੀ ਕਿਤਨੀ ਹੈ। ਇਹ ਦੋ ਸਵਾਲ ਨੇ ਇੱਕੋ ਲਫ਼ਜ਼ ਨਾਲ ਜੋ ਬਣਦੇ ਨੇ। ਆਓ ਦੇਖਦੇ ਹਾਂ ਕਿਸ ਤਰੀਕੇ ਸਾਨੂੰ ਸਮਝ ਆ ਸਕਦਾ ਹੈ। ਛੋਟਾ ਜਿਹਾ ਦੁਕਾਨ ਦੇ ਉੱਤੇ ਸੀਨ ਦਿਖਾ ਰਹੇ ਹਾਂ ਤੁਹਾਨੂੰ। ਕੁੜੀ ਸਮਾਨ ਵੇਚ ਰਹੀ ਹੈ, ਮੁੰਡਾ ਖਰੀਦ ਰਿਹਾ ਹੈ। ਕੁੜੀ ਕੋਲ ਫਲ ਹੈਗੇ ਨੇ ਸਾਹਮਣੇ ਰੱਖੇ ਹੋਏ, ਰੇਟ ਲਿਖੇ ਨੇ ਅਲੱਗ ਅਲੱਗ ਜੋ ਵੀ ਹੈਗੇ। ਠੀਕ ਹੈ ਜੀ, ਤੇ ਉਹ ਆਪਸ ਵਿੱਚ ਹੁਣ ਕਿਸ ਤਰੀਕੇ ਖਰੀਦ ਫਰੋਖਤ ਹੋ ਰਹੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗਾਹਕ ਆਇਆ ਹੈ ਤੇ ਕੁੜੀ ਕਹਿੰਦੀ ਹੈ ਬੋਨਜੂਰ ਮਿਸਿਓ, ਬੋਨਜੂਰ ਮਿਸਿਓ। ਹੁਣ ਇਸ ਨੂੰ ਬੋਨਜੂਰ ਨੂੰ ਅਸੀਂ ਸਮਝ ਚੁੱਕੇ ਹਾਂ ਕਿ ਇਹ ਸਤਿ ਸ੍ਰੀ ਅਕਾਲ ਦੀ ਤੌਰ 'ਤੇ ਵਰਤਿਆ ਜਾਂਦਾ ਹੈ ਫਰਾਂਸ ਵਿੱਚ। ਮਿਸਿਓ ਜੋ ਹੈ, ਹੁਣ ਦੇਖੋ ਲਿਖਿਆ ਕੁਛ ਹੋਇਆ ਹੈ, ਬੋਲਣ ਵੇਲੇ ਉਹਦੀ ਉਚਾਰਨ ਜਿਹੜਾ ਹੈ ਉਸ ਦਾ ਥੋੜ੍ਹਾ ਜਿਹਾ ਫਰਕ ਹੈ। ਅਸੀਂ ਜਿਵੇਂ ਅੰਗਰੇਜ਼ੀ ਵਿੱਚ ਅਗਰ ਕਹਿਣਾ ਹੋਏ ਮਿਸ ਯੂ, ਇਹ ਕਰੀਬ ਉਸੇ ਤਰੀਕੇ ਹੈ। ਅਗਰ ਇਕੱਠਾ ਹਲਕਾ ਜਿਹਾ ਕਰਕੇ ਬੋਲੀਏ, ਦੇਖਦੇ ਹਾਂ। ਬੋਨਜੂਰ ਮਿਸਿਓ, ਮਿਸਿਓ। ਠੀਕ ਹੈ ਜੀ, ਇਸ ਤਰੀਕੇ ਦਾ ਉਚਾਰਨ ਹੋਏਗਾ। ਅਸੀਂ ਜਿਵੇਂ ਸਰ ਕਹਿ ਦਿੰਦੇ ਹਾਂ ਇੱਥੇ, ਇਹ ਬੇਸਿਕਲੀ ਜੈਂਟਲਮੈਨ ਕਹਿਣ ਵਾਸਤੇ ਹੈਗਾ ਬੋਨਜੂਰ ਮਿਸਿਓ। ਅੱਗੋਂ ਜਵਾਬ ਦਿੰਦਾ ਹੈ ਬੋਨਜੂਰ ਮੈਡਮ, ਬੋਨਜੂਰ ਮੈਡਮ। ਮੈਡਮ ਜਿਵੇਂ ਅਸੀਂ ਕਹਿੰਦੇ ਹਾਂ ਉਸ ਮੈਡਮ ਦਾ ਹੀ ਬੋਲਣ ਦਾ ਫਰਕ ਹੈ, ਉਚਾਰਨ ਦਾ। ਮੈਡਮ। ਹੁਣ ਉਹ ਪੁੱਛਦੀ ਹੈ ਕਿ ਵੁਦਰੀਏ-ਵੂ, ਕੀ ਚਾਹੀਦਾ ਹੈ ਤੁਹਾਨੂੰ। ਕਿ ਵੁਦਰੀਏ-ਵੂ, ਤੁਹਾਨੂੰ ਕੀ ਚਾਹੀਦਾ ਹੈ। ਦੇ ਪਮ, ਦੇ ਪਾਸਤੇਕ। ਪੁੱਛ ਰਹੀ ਹੈ ਤੁਹਾਨੂੰ ਕੀ ਚਾਹੀਦਾ ਹੈ। ਦੇ ਪਮ, ਪਮ ਦੇ ਮਾਇਨੇ ਹੋਏ ਸੇਬ, ਦੇ ਪਮ। ਪਮ ਉਸੇ ਤਰੀਕੇ ਬੋਲਣਾ ਹੈ ਜਿਵੇਂ ਅਸੀਂ ਪੰਜਾਬੀ ਵਿੱਚ ਇੱਕ ਨਾਮ ਹੈਗਾ ਹੈ ਕੁੜੀ ਦਾ, ਕਹਿੰਦੇ ਪੰਮੀ। ਹੁਣ ਪੰਮੀ ਕਹਿ ਰਹੇ ਹਾਂ, ਮੰਮਾ ਉੱਥੇ ਦੋ ਵਾਰੀ ਹੈ, ਉਸੇ ਤਰੀਕੇ ਨੂੰ ਬੋਲਣਾ ਹੈ ਅੱਧਕ ਲਗਾ ਕੇ, ਦੇ ਪਮ। ਅੱਗੇ ਲਿਖਿਆ ਹੈ ਦੇ ਪਾਸਤੇਕ, ਦੇ ਪਾਸਤੇਕ। ਪਾਸਤੇਕ ਕਹਿੰਦੇ ਨੇ ਤਰਬੂਜ਼ ਨੂੰ। ਤੇ ਉਹ ਕਹਿ ਰਹੀ ਹੈ ਤੁਹਾਨੂੰ ਕੀ ਚਾਹੀਦਾ ਹੈ, ਸੇਬ ਚਾਹੀਦੇ ਹੈ ਜਾਂ ਤਰਬੂਜ਼ ਚਾਹੀਦੇ ਹੈ। ਉਹ ਜਵਾਬ ਦਿੰਦਾ ਹੈ je voudrais des pommes, ਮੈਨੂੰ ਸੇਬ ਚਾਹੀਦੇ ਹੈ, ਮੈਨੂੰ ਸੇਬ ਚਾਹੀਦੇ ਹੈ। Combien,
कूत से पम। ਅੱਜ ਦੇ ਪਾਠ ਦਾ ਜੋ ਪਹਿਲਾ ਲਫ਼ਜ਼ ਅਸੀਂ ਸਿੱਖਣਾ ਹੈ ਕੀਮਤ ਪਤਾ ਕਰਨ ਵਾਸਤੇ ਉਸ ਵੇਲੇ ਹੋਇਆ ਕੋਂਬੀਆਂ। ਕੋਂਬੀਆਂ ਮਾਇਨੇ ਹੋਇਆ ਕਿੰਨੇ ਦਾ, ਯਾਨੀ ਦੀ ਕਿਆ ਕੀਮਤ ਹੈ, ਹਾਊ ਮਚ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ। ਕੋਂਬੀਆਂ ਕੂਤ ਸੇ ਪਮ, ਕੂਤ ਮਤਲਬ ਕੀਮਤ, ਸੇ ਪਮ ਇਹ ਵਾਲੇ ਸੇਬ। ਜਿਹੜਾ ਸੇ ਲਿਖਿਆ ਹੈ ਉਹ ਅਸੀਂ ਇੱਕ ਦੂਸਰਾ ਪਾਠ ਹੈ ਜਿਹਨੂੰ ਅਸੀਂ ਐਡਜੈਕਟਿਵ ਡੈਮੋਨਸਟ੍ਰੇਟਿਵ ਦੇ ਨਾਂ ਥੱਲੇ ਅਸੀਂ ਪਹਿਲੇ ਉਹਨੂੰ ਰਿਲੀਜ਼ ਕੀਤਾ ਹੈ ਪਾਠ ਨੂੰ, ਤੁਸੀਂ ਉਹ ਪੜ੍ਹੋਗੇ ਤਾਂ ਅੰਦਾਜ਼ਾ ਹੋ ਜਾਏਗਾ। ਕੋਂਬੀਆਂ ਕੂਤ ਸੇ ਪਮ, ਇਹਨਾਂ ਸੇਬਾਂ ਦੀ ਕੀ ਕੀਮਤ ਹੈ, ਕਿਤਨੇ ਦੇ ਹੈਗੇ ਨੇ, ਇਹ ਸਵਾਲ ਹੈ। ਕੋਂਬੀਆਂ ਕੂਤ ਸੇ ਪਮ, ਕੂਤੇ ਜੋ ਵਰਬ ਹੈ ਉਹਦਾ ਮਾਇਨੇ ਹੁੰਦਾ ਹੈ ਕੀਮਤ। ਉਹਦਾ ਜਵਾਬ ਦੇਖਦੇ ਹਾਂ। Elle coûte €1,50 le kilo। ਇਹਨਾਂ ਸੇਬਾਂ ਦੀ ਕੀਮਤ ਹੈ, ਇਹਨਾਂ ਦੀ ਕੀਮਤ ਹੈ। ਹੁਣ ਉਹ ਐਲ ਜਿਹੜਾ ਹੈ ਉਹ ਸੇਬਾਂ ਵਾਸਤੇ ਵਰਤਿਆ ਗਿਆ ਹੈ ਕਿਉਂਕਿ ਉਹ ਫੈਮਿਨਿਨ ਨੇ, ਇਸਤਰੀਲਿੰਗ ਨੇ, ਬਹੁਵਚਨ ਹੈ। Elle coûte €1,50, €1.5 ਦਾ ਹੈ, ਲੇਕਿਨ ਕਿਤਨਾ ਹੈ le ਕਿਲੋ, 1 ਕਿਲੋ ਦਾ ਰੇਟ €1.5 ਦਾ ਹੈ। €1,50, €1.50। Vous voudriez combien de pommes? ਹੁਣ ਇੱਥੇ ਸਾਡਾ ਜੋ ਦੂਸਰਾ ਅੱਜ ਦਾ ਲਫ਼ਜ਼ ਹੈ ਜੋ ਸਿੱਖਣਾ ਹੈ ਅਸੀਂ ਉਹ ਆ ਗਿਆ। ਕੋਂਬੀਆਂ ਦ ਹੋ ਗਿਆ ਅਤੇ ਹੁਣ ਉਹ ਗਿਣਤੀ ਦੀ ਗੱਲ ਕਰ ਰਹੀ ਹੈ ਕਿ ਤੁਹਾਨੂੰ ਕਿਤਨੀ ਮਿਕਦਾਰ ਚਾਹੀਦੀ ਹੈ, ਕਿਤਨੇ ਸੇਬ ਚਾਹੀਦੇ ਹੈ। Vous voudriez ਤੁਹਾਨੂੰ ਚਾਹੀਦਾ ਹੈ ਕੋਂਬੀਆਂ ਦਾ ਕਿਤਨੇ, ਪਮ ਸੇਬ, ਕਿੰਨੇ ਸੇਬ ਤੁਹਾਨੂੰ ਚਾਹੀਦੇ ਹੈ। Vous voudriez combien de pommes? ਤੁਹਾਨੂੰ ਚਾਹੀਦੇ ਹੈ ਕਿੰਨੇ ਸੇਬ। ਉਹ ਜਵਾਬ ਦਿੰਦਾ ਹੈ Je voudrais 1 kilo de pommes s'il vous plaît। Je voudrais ਮੈਨੂੰ ਚਾਹੀਦੇ ਹੈ 1 ਕਿਲੋ, 1 ਕਿਲੋ, 1 ਕਿਲੋ de pommes, 1 ਕਿਲੋ ਸੇਬ ਦੇ। S'il vous plaît, s'il vous plaît ਮਾਇਨੇ ਹੋਇਆ ਪਲੀਜ਼। S'il vous plaît ਮਾਇਨੇ ਪਲੀਜ਼, ਮਤਲਬ ਮੈਨੂੰ 1 ਕਿਲੋ ਸੇਬ ਚਾਹੀਦੇ ਹੈਗੇ ਨੇ ਪਲੀਜ਼। ਅੱਗੇ ਦੇਖਦੇ ਹਾਂ। ਇਹ ਹੁਣ ਦੂਸਰੀ ਦੁਕਾਨ ਦਿਖਾਤੀ, ਉੱਥੇ ਕੁੜੀ ਵੇਚ ਰਹੀ ਹੈ ਫਲ ਫਰੂਟ, ਇੱਕ ਕੁੜੀ ਖਰੀਦ ਰਹੀ ਹੈ। ਉਹ ਦੇਖਦੇ ਹਾਂ ਉਹ ਕਿਸ ਤਰੀਕੇ ਖਰੀਦੇ ਵੇਚਦੇ ਨੇ। ਦੁਕਾਨਦਾਰ ਕਹਿ ਰਹੀ ਹੈ ਬੋਂਜੂਰ ਮੈਡਮ, ਅਗਲੀ ਜਵਾਬ ਦਿੰਦੀ ਹੈ ਬੋਂਜੂਰ। ਕੋਂਬੀਆਂ ਕੂਤ ਲੇ ਬਨਾਨ, ਕੋਂਬੀਆਂ ਕੂਤ ਲੇ ਬਨਾਨ, ਕੇਲਿਆਂ ਦੀ ਕੀ ਕੀਮਤ ਹੈ। ਕੋਂਬੀਆਂ ਦਾ ਮਤਲਬ ਹੋਇਆ ਕਿਤਨੀ, ਕਿਤਨੇ ਦਾ, ਕਿੰਨੇ ਦਾ, ਕਿੰਨੇ ਦੇ। ਕੂਤੇ ਹੋਇਆ ਮਤਲਬ ਕੀਮਤ, ਕੋਂਬੀਆਂ ਕੂਤ ਕਿਤਨੀ ਕੀਮਤ ਹੈ, ਕਿਸ ਦੀ, ਲੇ ਬਨਾਨ, ਕੇਲਿਆਂ ਦੀ ਕੀ ਕੀਮਤ ਹੈ, ਬਨਾਨਾ ਦੀ। ਉਹ ਜਵਾਬ ਦਿੰਦੀ ਹੈ Elle coûte €1 la douzaine। ਐਲ ਜੋ ਹੈ ਉਹ ਵਰਤਿਆ ਗਿਆ ਹੈ ਕੇਲਿਆਂ ਵਾਸਤੇ ਜੋ ਕਿ ਇਸਤਰੀਲਿੰਗ ਹੈ ਔਰ ਬਹੁਵਚਨ ਹੈ। ਇੱਥੇ ਉਹਨਾਂ ਕੇਲਿਆਂ ਦੀ ਕੀਮਤ ਦੱਸ ਰਹੀ ਹੈ ਕਿ ਉਹ ਉਹਨਾਂ ਦੀ ਕੀਮਤ ਹੈ। Elle coûte ਉਹਨਾਂ ਦੀ ਕੀਮਤ ਹੈ ਕਿੰਨੀ ਹੈ, €1, 1 ਯੂਰੋ ਹੈ। ਕਿਤਨੇ ਦੀ, ਕਿਤਨੀ ਮਿਕਦਾਰ, ਲਾ ਡੂਜ਼ੈਨ, ਦਰਜਨਾਂ ਦਾ ਰੇਟ ਉਹਨੇ ਦੱਸਿਆ ਹੈ, €1 ਦਾ ਰੇਟ ਹੈ। Elle coûte €1 la douzaine। Vous voudriez combien de bananes? ਤੁਹਾਨੂੰ ਚਾਹੀਦਾ ਹੈ vous voudriez combien de ਕਿਤਨੇ, ਕਿੰਨੇ, ਬਨਾਨ ਕੇਲੇ। ਹੁਣ ਤੁਸੀਂ ਦੇਖ ਸਕਦੇ ਹੋ ਜਿਸ ਵੇਲੇ ਕੀਮਤ ਪੁੱਛੀ ਗਈ ਉਸ ਵੇਲੇ ਕੋਂਬੀਆਂ ਸਿਰਫ ਵਰਤਿਆ ਗਿਆ, ਜਿਸ ਵੇਲੇ ਉਹਦੀ ਗਿਣਤੀ ਪੁੱਛੀ ਗਈ, ਮਿਕਦਾਰ ਪੁੱਛੀ ਗਈ, ਉਸ ਵੇਲੇ ਉਹਦੇ ਨਾਲ ਦੋ ਲਗਾਇਆ ਗਿਆ ਹੈ। Vous voudriez combien de bananes? ਤੁਹਾਨੂੰ ਚਾਹੀਦਾ ਹੈ ਕਿਤਨੇ, ਕਿੰਨੇ ਕੇਲੇ ਚਾਹੀਦੇ ਹੈ। ਉਹ ਜਵਾਬ ਦਿੰਦੀ ਹੈ Je voudrais une douzaine de bananes। ਮੈਨੂੰ ਚਾਹੀਦਾ ਹੈ ਕਿੰਨਾ ਚਾਹੀਦਾ ਹੈ, une douzaine, 1 ਦਰਜਨ ਕੇਲੇ ਚਾਹੀਦੇ हैं। une douzaine de bananes s'il vous plaît, please। voici les bananes। ਅਗਲੀ ਕੇਲੇ ਦਿੰਦੀ ਹੈ ਉਹਨਾਂ ਨੂੰ ਅਤੇ ਨਾਲ ਕਹਿੰਦੀ ਹੈ voici les bananes, ਇਹ ਰਹੇ ਜੀ ਕੇਲੇ। voici les bananes। voudriez-vous des pommes aussi? voudriez-vous
ਹੁਣ ਵੂ ਵੂਦਰੀਏ ਅਸੀਂ ਪਹਿਲੇ ਕਰ ਚੁੱਕੇ। ਵੂ ਵੂਦਰੀਏ मतलब ਤੁਹਾਨੂੰ ਚਾਹੀਦਾ ਹੈ। ਉਹਨੇ ਉਲਟ ਦਿੱਤਾ ਗਿਆ ਹੈ। ਉਲਟਨ ਕਰਕੇ मतलब हो गया क्या ਤੁਹਾਨੂੰ ਚਾਹੀਦਾ ਹੈ। ਦੇ ਪੋਮ aussi सेब भी ਚਾਹੀਦੇ ਨੇ क्या। अगली जवाब ਦਿੰਦੀ है नो मेर्सी j'ai déjà acheté les pommes। ਕਹਿੰਦੀ नो मेर्सी नहीं जी ਧੰਨਵਾਦ। मेर्सी मैंने ਹੋਇਆ ਧੰਨਵਾਦ। ਅਸੀਂ ਪਾਠ ਪਿਛਲੇ ਹੀ ਦੇਖਿਆ ਸੀ ਕਿ ਨਹੀਂ 'ਚ ਉਹਦੇ ਕਿਹਾ ਸੀ ਮੇਰਸੀ ਜਿਸ ਵੇਲੇ ਬੋਲਦੇ ਹਾਂ ਤਾਂ ਬਹੁਤ ਧਿਆਨ ਰੱਖਣਾ ਹੈ ਬੋਲਣ ਵੇਲੇ ਮਰਸੀ ਨਹੀਂ ਬੋਲਣਾ ਹੈ ਮੇਰਸੀ ਹੈ ਥੋੜ੍ਹਾ ਜਿਹਾ ਲਟਕਾ ਕੇ ਬੋਲਣਾ ਹੈ ਇਹਨੂੰ ਤਾਂ ਇਹਦਾ ਮਾਇਨੇ ਹੁੰਦਾ ਧੰਨਵਾਦ। ਨੋ ਮੇਰਸੀ ਨਹੀਂ ਜੀ ਧੰਨਵਾਦ। ਜੇ ਦੇਜਾ ਆਸ਼ਤੇ ਲੈ ਪਮ ਆਸ਼ਤੇ ਦੇ ਮਾਇਨੇ ਹੁੰਦਾ ਹੈ ਖਰੀਦਣਾ ਤੇ ਕਹਿ ਰਹੇ ਨੇ ਦੇਜਾ मतलब ਹੋਇਆ ਆਲਰੇਡੀ ਪਹਿਲੇ ਕਰ ਚੁੱਕੇ ਹਾਂ ਜਿਸ ਨੂੰ वो कहती मैं पहले ही खरीद चुकी हाँ सेब। j'ai déjà acheté les pommes। उन्हें एक होर सीन दिखा रहे हैं। इत्थे दो कुड़ियां आपस में गल्लां कर रही हैं। सेल लगी हुई है हाथ च बैग फड़े ने और एक कमीज़ है जिहदा च भाव पड़ते पे ने। ठीक है जी देखते हैं आपस में की गल्लां कर रही हैं। उन्हें बोलती है दूसरी नूं सोफी जेम से सोल्ड। तो दूसरी कुड़ी का नाम जोड़ा है काले भूरे रंग के वालों वाली का वह नाम है सोफी। तो उन्होंने गल करके कह रही है सोफी जेम से सोल्ड। सोल्ड मैंने होंदा सेल जी लगती है। जेम मतलब मनु पसंद है मनु ए वाली सेल पसंद है। वो जवाब दिंदी है वी पोलीन हाँ पोलीन। तो सुनहरे वालों वाली का नाम है पोलीन। les vêtements sont bon marché। les vêtements sont bon marché कपड़े ਜਿਹੜੇ ਨੇ ਉਹ ਬਿਲਕੁਲ ਘੱਟ ਭਾਅ ਦੇ ਹੈਗੇ ਨੇ। ਸੋ bon marché bon marché ਦਾ ਮਤਲਬ ਸਸਤਾ ਵੀ ਹੁੰਦਾ ਹੈ। ਵੈਸੇ ਜੋ ਕਹਿਣਾ ਚਾਹੁੰਦੇ ਨੇ ਉਹਦਾ ਮਾਇਨੇ ਹੈ ਕਿ ਇਹ ਘੱਟ ਕੀਮਤ ਤੇ ਮਿਲ ਰਹੇ ਨੇ। bon marché vêtements ਮਾਇਨੇ ਕੱਪੜੇ। ਹੁਣ ਉਹਨੂੰ ਪੁੱਛ ਰਹੀ ਹੈ qu'est-ce que tu as trouvé ਤੈਨੂੰ ਕੀ ਲੱਭਿਆ। tu as trouvé ਤੈਨੂੰ ਕੀ ਲੱਭਿਆ और qu'est-ce ਦੇ ਮਾਇਨੇ ਹੋਇਆ ਕੀ ਕਹਿ ਲਓ ਉਹਨੂੰ ਕੀ ਤੂੰ ਕੀ ਲੱਭਿਆ ਹੈ। qu'est-ce que tu as trouvé। ਉਹ ਜਵਾਬ ਦਿੰਦੀ ਹੈ beaucoup de choses। beaucoup ਦੇ ਮਾਇਨੇ ਹੁੰਦੇ ਨੇ ਬਹੁਤ ਸਾਰੀ ਚੀਜ਼ਾਂ ਤੇ ਇਹ ਕਹਿ ਰਹੀ ਹੈ beaucoup de choses ਬਹੁਤ ਸਾਰੀ ਚੀਜ਼ਾਂ ਮਿਲੀਆਂ ਮੈਨੂੰ। ਇਹ cette chemise violette और ਇਹ ਕਮੀਜ਼ ਜਾਮਨੀ ਰੰਗ ਦੀ। ਉਹ ਕਹਿ ਰਹੀ ਹੈ ਬਹੁਤ ਸਾਰੀ ਚੀਜ਼ਾਂ ਮਿਲੀਆਂ और ਇਹ वाली जामनी रंग की कमीज़। कमीज़ नूं कहंदे ने शमीज़ सैत शमीज़ ਇਹ वाली कमीज़। तो पूछती है combien coûte cette chemise। इस कमीज़ की कीमत है। combien का मायने होया किन्ने दा या किन्ने दी है। कीमत ਉਹਦੀ कूते मतलब होया कीमत ते ਇਹਦੀ कीमत कितनी है किस चीज़ की इस कमीज़ की सैत शमीज़। combien coûte cette chemise इस कमीज़ की कीमत क्या है। वो जवाब देंदी है seulement 2 euro। सिर्फ सलमों के मायने होया सिर्फ 2 यूरो दी है। से très bon marché यह बिल्कुल सस्ती कीमत पे मिल रही है। से très bon marché यह बिल्कुल सस्ती कीमत दी है। तो वो अगली पूछती है combien de ਹੁਣ ਉਹ ਮਿਕਦਾਰ ਦੀ ਗੱਲ ਕਰ ਰਹੀ ਹੈ ਗਿਣਤੀ ਦੀ ਗੱਲ ਕਰ ਰਹੀ ਹੈ ਕਿੰਨੀਆਂ combien de chemise achètes tu ਕਿੰਨੀਆਂ ਕਮੀਜ਼ਾਂ ਤੂੰ ਖਰੀਦ ਰਹੀ ਹੈ ਕਿੰਨੀਆਂ ਕਮੀਜ਼ਾਂ ਤੂੰ ਖਰੀਦ ਰਹੀ ਹੈ। ਤੇ ਉਹ ਜਵਾਬ ਦਿੰਦੀ ਹੈ j'achète une chemise मैं एक कमीज़ खरीद रही हूँ मैं एक कमीज़ खरीद रही हूँ। कल्याण एजुकेशन वालों एक कोशिश है फ्रेंच दी ਜਿਹੜੀ ਛੋਟੀ ਛੋਟੀ ਬਰੀਕੀਆਂ ਨੇ ਉਹ ਤੁਹਾਡੇ ਸਾਹਮਣੇ ਛੋਟੇ ਛੋਟੇ ਲੈਸਨ ਵਿੱਚ ਲਿਆ ਕੇ ਐਸੇ ਤਰੀਕੇ ਪੇਸ਼ ਕਰੀਏ ਕਿ ਤੁਹਾਨੂੰ ਸਮਝ ਆਏ ਆਸਾਨ ਲੱਗੇ ਸਮਝਣ ਵਿੱਚ। ਅਗਰ ਇਹ ਲੱਗਦਾ ਹੈ ਕਿ ਅਸੀਂ ਉਹਦੇ ਕਾਮਯਾਬ ਹੋ ਰਹੇ ਹਾਂ ਤੇ ਇਸ ਵੀਡੀਓ ਨੂੰ ਕਰੀਬ ਲਾਈਕ ਕਰੋ ਪਲੀਜ਼। ਅਗਰ ਕੰਮ ਆਏਗਾ ਤੇ ਕਿਸੇ ਹੋਰ ਨਾਲ ਜ਼ਰੂਰ ਸਾਂਝਾ ਕਰੋ ਉਹਦੇ ਵੀ ਕੰਮ ਆਏ। ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਅਗਲੇ ਪਾਠ ਵਾਸਤੇ ਘੰਟੀ ਵਜਾਓ ਜਿਹੜੀ ਥੱਲੇ ਹੀ ਜਿਹਦਾ ਇਸ਼ਾਰਾ ਹੈ। ਅੱਗੇ ਪਾਠ ਪੜ੍ਹਦੇ ਹਾਂ ਆਓ ਫ੍ਰੈਂਚ ਸਿੱਖੀਏ।
ਹੁਣ ਇੱਕ ਹੋਰ ਸੀਨ ਅਸੀਂ ਦਿਖਾ ਰਹੇ ਹਾਂ ਜਿਹਦੇ 'ਚ ਫਿਰ ਭਾਈ ਸਮਾਨ ਵੇਚ ਰਿਹਾ ਹੈ, ਕੁੜੀ ਖਰੀਦ ਰਹੀ ਹੈ। ਹੁਣ ਭਾਈ ਨੇ ਤਰਾਜ਼ੂ ਦੇ ਉੱਤੇ ਇੱਕ ਲਿਫਾਫਾ ਇੱਕ ਰੱਖਿਆ ਜਿਹਦੇ ਅੰਦਰ ਉਹਨੇ ਕੁਝ ਪਾਇਆ ਹੋਇਆ। ਇਹ ਸੀਨ ਹੈ, ਦੇਖਦੇ ਹਾਂ ਅੱਗੇ ਕਿਵੇਂ ਕਹਾਣੀ ਬਣਦੀ ਹੈ। ਕੁੜੀ ਆ ਕੇ ਉਹਨੂੰ ਪਹਿਲੇ ਕਹਿ ਰਹੀ ਹੈ, ਬੋਨਜੂਰ monsieur, combien pèse ce paquet de tomates? ਹੁਣ ਉਸਨੇ ਭਾਈ ਨੇ ਉਹ ਪੈਕੇਟ ਬਣਾ ਕੇ ਟਮਾਟਰਾਂ ਦਾ ਪਹਿਲੇ ਰੱਖਿਆ ਹੋਣਾ ਅਤੇ ਕੁੜੀ ਆ ਕੇ ਉਸ ਟਮਾਟਰਾਂ ਦੇ ਪੈਕੇਟ ਬਾਰੇ ਹੁਣ ਪੁੱਛ ਰਹੀ ਹੈ ਕਿ ਇਹ ਜਿਹੜੀ ਹੈ ਇਸ ਦਾ ਵਜ਼ਨ ਕੀ ਹੈ, ਇਸ ਦਾ ਵਜ਼ਨ ਕੀ ਹੈ। ਅਤੇ ਹੁਣ ਉੱਥੇ ਪੁੱਛ ਰਹੀ ਹੈ ਹਾਊ ਮੱਚ, ਇੱਥੇ ਜਿਹੜਾ ਹੈ ਕੀਮਤ ਦੇ ਇਲਾਵਾ ਉਹਦਾ ਵਜ਼ਨ ਪੁੱਛਿਆ ਜਾ ਰਿਹਾ ਹੈ ਕਿ ਇਹਦੀ ਕੀਮਤ ਕਿਤਨੀ ਹੈ, ਇਹਦੀ ਵਜ਼ਨ ਕਿੰਨਾ ਹੈ ਇਹਦਾ। ਬੋਨਜੂਰ monsieur, combien pèse? ਪਜ਼ੇ ਦਾ ਮਤਲਬ ਹੁੰਦਾ ਹੈ ਵਜ਼ਨ, ਇਸ ਦਾ ਕਿਤਨਾ ਵਜ਼ਨ ਹੈ, ਇਸ ਦਾ ਕਿੰਨਾ ਵਜ਼ਨ ਹੈ। combien pèse ce paquet de tomates? ਇਸ ਟਮਾਟਰ ਦੇ ਪੈਕੇਟ ਦਾ ਵਜ਼ਨ ਕਿੰਨਾ ਹੈ। ਔਰ ਉਹ ਅੱਗੋਂ ਜਵਾਬ ਦਿੰਦਾ ਹੈ un paquet pèse 500 ਗ੍ਰਾਮ, ਇੱਕ ਪੈਕੇਟ ਜਿਹੜਾ ਹੈ ਪਜ਼ੇ ਉਹਦਾ ਵਜ਼ਨ ਹੈ 500 ਗ੍ਰਾਮ। combien de paquets voudriez-vous? ਕਿਤਨੇ ਪੈਕੇਟ ਤੁਹਾਨੂੰ ਚਾਹੀਦੇ ਹੈ। combien de ਕਿੰਨੇ ਪੈਕੇਟ ਤੁਹਾਨੂੰ ਚਾਹੀਦੇ ਹੈ। je voudrais un paquet, ਮੈਨੂੰ ਚਾਹੀਦਾ ਹੈ ਇੱਕ ਪੈਕੇਟ। combien coûte un paquet? ਹੁਣ ਉਹ ਫਿਰ ਪੁੱਛ ਰਹੀ ਹੈ ਕਿ ਹੁਣ ਕੀਮਤ ਪੁੱਛ ਰਹੀ ਹੈ ਕਿ ਇਸ ਪੈਕੇਟ ਦੀ ਕੀਮਤ ਕਿਆ ਹੈ। combien coûte ਕਿੰਨੀ ਕੀਮਤ ਹੈ ਕਿਹਦੀ, un paquet ਇੱਕ ਪੈਕੇਟ ਦੀ। ਭਾਈ ਜਵਾਬ ਦੇ ਰਿਹਾ ਹੈ un paquet coûte 1 euro, ਇੱਕ ਪੈਕੇਟ ਦੀ ਕੀਮਤ ਹੈ 1 euro, ਇੱਕ ਪੈਕੇਟ ਦੀ ਕੀਮਤ ਹੈ 1 euro। voici 1 euro, merci monsieur, voici 1 euro, merci monsieur। ਇਹ ਲਓ ਜੀ 1 euro, ਅੱਗੋਂ ਕਹਿ ਰਹੀ ਧੰਨਵਾਦ monsieur, ਧੰਨਵਾਦ ਭਾਈ ਸਾਹਿਬ। ਉਹ ਅੱਗੋਂ ਜਵਾਬ ਦਿੰਦਾ ਹੈ merci madame, au revoir, ਧੰਨਵਾਦ ਮੈਡਮ, ਔਰਵਾ, ਔਰਵਾ ਮਤਲਬ ਗੁੱਡ ਬਾਏ। ਅਗਲੀ ਵੀ ਜਵਾਬ ਦਿੰਦੀ ਹੈ ਔਰਵਾ, ਗੁੱਡ ਬਾਏ। ਸਾਡੇ ਇੱਥੇ ਰਿਵਾਜ ਨਹੀਂ ਹੈ ਸਮਾਨ ਖਰੀਦਣ ਵੇਲੇ ਮਿਲ ਕੇ ਦੁਕਾਨ 'ਤੇ ਤੁਸੀਂ ਜਾਂਦੇ ਹੋ ਅਤੇ ਜਾ ਕੇ ਪਹਿਲੇ ਸਤਿ ਸ਼੍ਰੀ ਅਕਾਲ ਕਰਨਾ, ਔਰ ਚੱਲਣ ਵੇਲੇ ਵਾਪਸੀ 'ਤੇ ਤੁਸੀਂ ਫਿਰ ਦੁਬਾਰਾ ਸਤਿ ਸ਼੍ਰੀ ਅਕਾਲ ਜਾਂ ਗੁੱਡ ਬਾਏ ਕਰਕੇ ਆਉਣਾ। ਫਰਾਂਸ ਵਿੱਚ ਰਿਵਾਜ ਹੈ, ਅਗਰ ਨਾ ਕਰੋ ਉਹਨਾਂ ਨੂੰ ਥੋੜ੍ਹਾ ਜਿਹਾ ਬੁਰਾ ਜਿਹਾ ਲੱਗਦਾ ਹੈ, ਕਹਿੰਦੇ ਨੇ ਕਿ ਅਗਲੇ ਨੇ ਸਾਡੀ ਤਮੀਜ਼ ਨਾਲ ਗੱਲ ਨਹੀਂ ਕੀਤੀ ਸਾਡੇ ਨਾਲ। ਅਤੇ ਇਹ ਧਿਆਨ ਰੱਖਣਾ ਇਸ ਚੀਜ਼ ਦਾ, ਮਿਲੋ ਕਿਸੇ ਨੂੰ ਤਾਂ ਉਹਨੂੰ ਬੋਨਜੂਰ ਕਰਕੇ ਮਿਲਣਾ ਹੈ, ਔਰ ਜਿਸ ਵੇਲੇ ਉਹਨੂੰ ਜਾ ਰਹੇ ਹੋ ਤੇ ਔਰਵਾ ਮੇਰਸੀ ਜੋ ਜੈਸਾ ਉਸ ਵੇਲੇ ਮਾਹੌਲ ਹੋਏ ਉਸ ਹਿਸਾਬ ਨਾਲ ਉਹਨੂੰ ਕਰਕੇ ਜਾਣਾ ਹੈ। ਅੱਗੇ ਦੇਖਦੇ ਹਾਂ ਅੱਜ ਅਸੀਂ ਸਿੱਖਿਆ ਕੀ ਹੈ। ਪਾਠ ਛੋਟਾ ਸੀ ਲੇਕਿਨ ਉਹਦੀ ਸਿੱਖਿਆ ਕਾਫੀ ਕੁਛ ਹੈ, ਔਰ ਕੁਝ ਚੀਜ਼ਾਂ ਥੋੜ੍ਹੀਆਂ ਔਖੀਆਂ ਹੈ। ਹੁਣ ਜੋ ਖਾਸ ਚੀਜ਼ ਹੈ ਇਹਦੇ ਵਿੱਚ ਜਿਹੜਾ ਹੈ ਉਹ ਹੈ ਵਰਬ, ਜਿਹੜੀ ਕਿਰਿਆ ਹੈ ਇੱਕ ਜਿਹਦਾ ਨਾਮ ਹੈ ਵੂਲਵਾਰ। ਵੂਲਵਾਰ, ਵੂਲਵਾਰ ਦੇ ਮਾਇਨੇ ਹੁੰਦੇ ਨੇ ਚਾਹਨਾ, ਲੇਕਿਨ ਇਹ ਚਾਹਨਾ ਚਾਹਤ ਵਾਲਾ ਚਾਹਨਾ ਨਹੀਂ ਹੈ। ਇਹ ਚਾਹਨਾ ਹੈ ਕਿਸੇ ਚੀਜ਼ ਦੀ ਚਾਹ ਹੋਣੀ ਜਾਂ ਖੁਆਇਸ਼ ਹੋਣੀ, ਇਹ ਉਹ ਵਾਲਾ ਚਾਹਨਾ ਹੈ ਕਿ ਮੈਨੂੰ ਇਹ ਚਾਹੀਦਾ ਹੈ, ਮੈਨੂੰ ਇਹ ਕਾਰ ਚਾਹੀਦੀ ਹੈ, ਮੈਨੂੰ ਪੈਨ ਚਾਹੀਦਾ ਹੈ, ਪੈਨਸਿਲ ਚਾਹੀਦੀ ਹੈ। ਇਹ ਉਹ ਵਾਲੀ ਚਾਹਤ ਹੈ, ਕਿਸੇ ਚੀਜ਼ ਦੀ ਕਿਸੇ ਖੁਆਇਸ਼ ਹੋਣੀ ਕਿ ਉਹ ਚੀਜ਼ ਮੇਰੇ ਕੋਲ ਹੋਏ, ਉਸ ਚੀਜ਼ ਦੀ ਚਾਹਤ ਹੋਏ। ਹੁਣ ਅਸੀਂ ਦੇਖਿਆ ਹੈ ਕਿ ਅਸੀਂ ਵਰਬ ਜਿਸ ਵੇਲੇ ਉਹਦੀ ਕੌਨਜੂਗੇਸ਼ਨ ਕਰੀਦਾ ਹੈ, ਉਹਦਾ ਰੂਪ ਕੱਢੀਦਾ ਹੈ, ਸਭ ਤੋਂ ਪਹਿਲੇ ਅਸੀਂ ਜਿਹੜੇ ਸਬਜੈਕਟ ਪ੍ਰੋਨਾਊਨ ਨੇ ਜਿਨ੍ਹਾਂ ਨੂੰ je, tu, il, elle, nous, vous, il, elle ਲਿਖਿਆ ਜਾਂਦਾ ਹੈ, ਮਾਇਨੇ ਹੋਇਆ ਮੈਂ, ਤੂੰ, ਉਹ ਮੁੰਡਾ, ਉਹ ਕੁੜੀ, ਅਸੀਂ, ਤੁਸੀਂ, ਉਹ ਮੁੰਡਿਆਂ ਦਾ ਗਰੁੱਪ ਅਤੇ ਉਹ ਕੁੜੀਆਂ ਦਾ ਗਰੁੱਪ, ਅਸੀਂ ਪਿਛਲੇ ਪਾਠਾਂ ਹੀ ਦੇਖਦੇ ਆਏ ਹਾਂ। ਹੁਣ ਜਿਸ ਵੇਲੇ ਇਹ ਕਰੀਦਾ ਹੈ, ਇਸ ਨੂੰ ਮੈਂ ਬਾਰ-ਬਾਰ ਦੁਹਰਾਨਾ ਕਿਉਂਕਿ ਇਹ ਮੁੱਢ ਹੈ ਜਿਹੜੀ ਫਰੈਂਚ ਦੀ, ਜਿੰਨਾ ਦੁਹਰਾਂਗੇ ਉਨਾ ਤੁਹਾਡੇ ਵਾਸਤੇ ਅੱਛਾ ਹੈ। ਇਹ ਅਸੀਂ ਸਮਝਦੇ ਹਾਂ ਕਿ ਜਿਸ ਵੇਲੇ je, tu, il ਇਹਨਾਂ ਦੇ ਸਾਹਮਣੇ ਲਿਖਿਆ, ਹੁਣ ਸਿੰਗੂਲਰ ਕਿਹੜਾ ਹੈ ਔਰ ਪਲੂਰਲ ਕਿਹੜਾ ਹੈ, ਇੱਕ ਵਚਨ ਕਿਹੜਾ ਹੈ ਔਰ ਬਹੁਵਚਨ ਕਿਹੜਾ ਹੈ। ਅਸੀਂ ਇਹ ਵੀ ਲਿਖਿਆ ਹੈ ਕਿਹੜਾ ਪੁਲਿੰਗ ਹੈ ਕਿਹੜਾ ਇਸਤਰੀਲਿੰਗ ਹੈ। ਜਿੱਥੇ ਐਮ ਲਿਖਿਆ ਹੈ ਉਹ ਪੁਲਿੰਗ ਦੀ ਗੱਲ ਹੋ ਰਹੀ ਹੈ, ਅਤੇ ਐਫ ਲਿਖਿਆ ਹੈ ਉਹ ਫੈਮਿਨਿਨ ਇਸਤਰੀਲਿੰਗ ਦੀ ਗੱਲ ਹੋ ਰਹੀ ਹੈ। ਇਸ ਚੀਜ਼ ਨੂੰ ਅਸੀਂ ਪਹਿਲੇ ਵੀ ਪੜ੍ਹਿਆ ਸੀ, ਹੁਣ ਵੀ।
ਮੈਨੂੰ ਇੱਕ ਕਿਸੇ ਦਾ ਸਵਾਲ ਆਇਆ ਸੀ ਕਿ ਜੀ ਸਾਨੂੰ ਕਈ ਚੀਜ਼ਾਂ ਬਿਲਕੁਲ ਬੇਸਿਕ ਅਸੀਂ ਕੀਤਾ ਨਹੀਂ ਹੋਇਆ ਅਤੇ ਸਾਨੂੰ ਪਤਾ ਨਹੀਂ ਹੈ, ਕਿਰਪਾ ਕਰਕੇ ਦੱਸੋ। ਹੁਣ ਉਹਦੇ ਵਾਸਤੇ ਇਹ ਨਵਾਂ ਇੱਕ ਲਿਖਿਆ ਹੈ ਦੁਬਾਰਾ, ਇਸ ਚੀਜ਼ ਦਾ ਧਿਆਨ ਇਹਨੂੰ ਪੱਕਾ ਕਰ ਲੈਂਦੇ ਹਾਂ। ਟਾਈਮ ਲੱਗੇਗਾ ਥੋੜ੍ਹਾ ਜਿਹਾ, ਲੇਕਿਨ ਇਹ ਤੁਹਾਡੇ ਵਾਸਤੇ ਅੱਗੋਂ ਗਲਤੀ ਹੋਣ ਦਾ ਚਾਂਸ ਖਤਮ ਹੋ ਜਾਏਗਾ। ਜ ਹੋਇਆ ਮੈਂ। ਹੁਣ ਇਸ ਨੂੰ ਸਮਝਣ ਦੀ ਅਗਰ ਦੂਜੇ ਤਰੀਕੇ ਕੋਸ਼ਿਸ਼ ਕੀਤੀ ਜਾਏ ਤਾਂ ਸੰਸਾਰ ਜਿਹੜਾ ਹੈ, ਕਹਿੰਦੇ ਨੇ ਮੈਂ ਹੈਗਾ ਅਤੇ ਸਾਰੀ ਦੁਨੀਆ ਹੈ, ਜਾਨ ਹੈ ਤਾਂ ਜਹਾਨ ਹੈ, ਮੇਰਾ ਹੋਣਾ ਮੇਰੇ ਨਾਲ ਹੀ ਤਾਂ ਜਹਾਨ ਹੈ, ਅਤੇ ਮੈਂ ਸਭ ਤੋਂ ਪਹਿਲੇ, ਮੇਰੇ ਬਿਨਾਂ ਕੁਛ ਨਹੀਂ। ਫਿਰ ਅਸੀਂ ਜਿਹਦੇ ਨਾਲ ਗੱਲ ਕਰ ਰਹੇ ਹਾਂ, ਜਿਹਨੂੰ ਤੂੰ ਕਰਕੇ ਗੱਲ ਕਰ ਰਹੇ ਹਾਂ, ਉਹ ਦੂਜਾ ਬੰਦਾ, ਉਹ ਸੈਕਿੰਡ ਪਰਸਨ। ਪਹਿਲਾ ਫਸਟ ਪਰਸਨ ਮੈਂ, ਕਿਉਂਕਿ ਮੈਂ ਸਭ ਤੋਂ ਪਹਿਲੇ। ਦੂਜਾ ਜਿਹਦੇ ਨਾਲ ਮੈਂ ਗੱਲ ਕਰ ਰਿਹਾ, ਜਿਹਨੂੰ ਮੈਂ ਤੂੰ ਕਰਕੇ ਗੱਲ ਕਰ ਸਕਦਾ ਜਾਂ ਆਪ ਕਰਕੇ ਗੱਲ ਕਰ ਸਕਦਾ, ਉਹ ਦੂਜਾ ਬੰਦਾ ਹੋਇਆ। ਤੀਸਰਾ ਉਹ ਵਿਅਕਤੀ ਜਾਂ ਉਹ ਚੀਜ਼ ਜਿਹਦੀ ਗੱਲ ਹੋ ਰਹੀ ਹੋਏ। ਹੁਣ ਮੈਂ ਅਗਰ ਆਪ ਜੀ ਨਾਲ ਗੱਲ ਕਰ ਰਿਹਾ ਅਤੇ ਅਗਰ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਤਾਂ ਉਹ ਮੇਰਾ ਸਕੂਲ ਜਿਹੜਾ ਹੈ ਉਹ ਤੀਜਾ ਹੋਇਆ, ਅਤੇ ਉਹਨੂੰ ਥਰਡ ਪਰਸਨ ਗਿਣਾਂਗੇ। ਮੈਂ ਖੁਦ ਨੂੰ ਹਮੇਸ਼ਾ ਪਹਿਲਾ ਪਰਸਨ ਗਿਣਾਂਗਾ। ਜਿਸ ਵੇਲੇ ਮੈਂ ਕਰਕੇ ਗੱਲ ਕਰਾਂਗਾ ਮੈਂ ਪਹਿਲਾ ਹੋ ਗਿਆ ਜੀ, ਫਸਟ ਪਰਸਨ। ਜਿਸ ਨੂੰ ਮੈਂ ਤੂੰ ਕਰਕੇ ਗੱਲ ਕਰਾਂਗਾ ਜਾਂ ਆਪ ਕਰਕੇ ਕਰਾਂਗਾ, ਆਪ ਜੀ ਕਰਕੇ ਗੱਲ ਕਰਾਂਗਾ, ਉਹ ਸੈਕਿੰਡ ਪਰਸਨ ਹੋਇਆ। ਜਿਸ ਦੀ ਗੱਲ ਹੋ ਰਹੀ ਹੈ, ਚਾਹੇ ਉਹ ਵਿਅਕਤੀ ਹੈ ਜਾਂ ਚੀਜ਼ ਹੈ, ਉਹ ਥਰਡ ਪਰਸਨ ਹੋਇਆ। ਇਹ ਹੋ ਗਿਆ ਤੁਹਾਡਾ ਜਿਹੜਾ ਅਸੀਂ ਲਿਖਿਆ ਇੱਥੇ, ਜ ਦੇ ਅੱਗੇ ਲਿਖਿਆ ਹੈ ਸਿੰਗੂਲਰ ਹੈ, ਇੱਕ ਵਚਨ ਹੈ, ਔਰ ਪ੍ਰਮੀਅਰ ਪੈਕਸਨ ਸ਼ਾਰਟ ਕਰਕੇ ਲਿਖਿਆ ਹੈ ਫਸਟ ਪਰਸਨ। ਫਰੈਂਚ 'ਚ ਲਿਖਿਆ ਤੁਸੀਂ, ਕਿਉਂਕਿ ਕੋਈ ਲੋੜ ਪਏ ਤਾਂ ਫਿਰ ਇਹੀਓ ਦੇਖੋਗੇ ਅੱਗੇ ਵੀ। ਟਿਊ ਦੇ ਅੱਗੇ ਲਿਖਿਆ ਸਿੰਗੂਲਰ ਹੈ, ਇੱਕ ਵਚਨ ਹੁੰਦਾ ਹੈ ਜੀ ਤੂੰ ਵੀ, ਸੈਕਿੰਡ ਪਰਸਨ, ਕਿਉਂਕਿ ਕਿਆ ਤੂੰ ਜਿਹਦੇ ਨਾਲ ਗੱਲ ਕਰ ਰਹੇ ਹੋ ਸੈਕਿੰਡ ਪਰਸਨ ਹੈ, ਸਾਡੇ ਸਾਹਮਣੇ ਖਲੋਤਾ ਹੈ। ਇਲ ਜਿਹਦਾ ਹੈ, ਇਲ ਉਹ ਕੋਈ ਬੰਦਾ ਵੀ ਹੋ ਸਕਦਾ ਹੈ, ਕੋਈ ਚੀਜ਼ ਵੀ ਹੋ ਸਕਦੀ ਹੈ, ਇਟ ਹੀ, ਦੋਨਾਂ 'ਚੋਂ ਕੁਝ ਵੀ ਹੋ ਸਕਦਾ ਹੈ, ਉਹ ਥਰਡ ਪਰਸਨ ਹੈ ਕਿਉਂਕਿ ਉਹਦੀ ਗੱਲ ਹੋ ਰਹੀ ਹੈ। ਐਲ ਵੀ ਉਹੀ ਚੀਜ਼ ਹੈ ਕਿ ਕੋਈ ਕੁੜੀ ਹੋ ਸਕਦੀ ਹੈ ਜਾਂ ਕਿਸੇ ਚੀਜ਼ ਦੀ ਗੱਲ ਹੋ ਸਕਦੀ ਜੋ ਇਸਤਰੀਲਿੰਗ ਹੋਏ, ਇੱਕ ਵਚਨ ਹੋਏਗਾ, ਸਿੰਗੂਲਰ ਹੈ ਅਤੇ ਉਹ ਥਰਡ ਪਰਸਨ ਹੈ ਕਿਉਂਕਿ ਉਹਦੀ ਗੱਲ ਕਰ ਰਹੇ। ਹੁਣ ਇਹ ਤਾਂ ਸਾਰੇ ਸੀ ਜਿਹੜੇ ਕਿ ਇੱਕ ਵਚਨ ਨੇ। ਹੁਣ ਇਹ ਵੀ ਹੋ ਸਕਦਾ ਹੈ ਕਿ ਮੈਂ ਖਲੋਤਾ ਹਾਂ, ਨਾਲ ਮੇਰੀ ਭੈਣ ਖਲੋਤੀ ਹੋਈ ਹੈ, ਅਸੀਂ ਗੱਲ ਕਰ ਰਹੇ ਹਾਂ ਕਿਸੇ ਨਾਲ, ਠੀਕ ਹੈ ਜੀ, ਅਸੀਂ ਦੋਨੋਂ ਗੱਲ ਕਰ ਰਹੇ ਹਾਂ ਉਸ ਨਾਲ, ਅਸੀਂ ਦੋਨੋਂ ਵਿੱਚ ਮੈਂ ਸ਼ਾਮਿਲ ਹੋ ਗਿਆ। ਜਿਵੇਂ ਮੈਂ ਸ਼ਾਮਿਲ ਹੋਇਆ ਔਰ ਮੇਰੇ ਨਾਲ ਕੋਈ ਮਿਲ ਗਿਆ, ਰਲ ਗਿਆ, ਅਸੀਂ ਬਣ ਗਏ ਇੱਕ, ਮੈਂ ਤੋਂ ਬਣ ਗਏ ਅਸੀਂ। ਅਤੇ ਲੇਕਿਨ ਚੂੰਕਿ ਮੈਂ ਵਿਚਕਾਰ ਸ਼ਾਮਿਲ ਹਾਂ ਅਤੇ ਮੈਂ ਫਿਰ ਵੀ ਫਸਟ ਪਰਸਨ ਰਿਹਾ, ਲੇਕਿਨ ਪਲੂਰਲ ਹੋ ਗਏ ਹੁਣ ਅਸੀਂ ਦੋ ਜਣੇ ਮਿਲ ਕੇ ਪਲੂਰਲ ਹੋ ਗਏ, ਬਹੁਵਚਨ। ਅਸੀਂ ਅਗਰ ਕਿਸੇ ਨਾਲ ਗੱਲ ਕਰ ਰਹੇ ਹਾਂ ਜਿਹਨੂੰ ਤੂੰ ਕਰਕੇ ਕਰ ਰਹੇ ਸੀ, ਹੁਣ ਉਹਦੇ ਨਾਲ ਉਹਦਾ ਭਰਾ ਆ ਕੇ ਮਿਲ ਗਿਆ ਜਾਂ ਉਹਦੀ ਭੈਣ ਆ ਕੇ ਮਿਲ ਗਈ, ਉਹ ਦੋ ਜਣੇ ਹੋ ਗਏ। ਹੁਣ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਅਤੇ ਆਪ ਜੀ ਕਰਕੇ ਗੱਲ ਕਰ ਰਹੇ ਹਾਂ, ਤੂੰ ਕਰਕੇ ਤਾਂ ਕਰਾਂਗੇ ਨਹੀਂ, ਹੁਣ ਦੋ ਹੋ ਗਏ। ਉਹ ਜਿਵੇਂ ਉਹ ਦੋ ਹੋਏ, ਬਹੁਵਚਨ ਹੋ ਗਏ, ਲੇਕਿਨ ਉਹ ਹੈਗੇ ਸੈਕਿੰਡ ਪਰਸਨ ਨਹੀਂ, ਕਿਉਂਕਿ ਉਹਦੇ 'ਚ ਉਹ ਤੂੰ ਵਾਲਾ ਜਿਹੜਾ ਬੰਦਾ ਸੀ ਉਹ ਵਿੱਚ ਉਹਦੇ ਸ਼ਾਮਿਲ ਹੈ। ਤੀਸਰਾ ਜਿਹਦੀ ਗੱਲ ਕਰ ਰਹੇ ਸੀ, ਉਹ ਹੋ ਸਕਦਾ ਦੋ ਚੀਜ਼ਾਂ ਹੋਣ, ਦੋ ਵਿਅਕਤੀ ਹੋਣ ਜਾਂ ਜ਼ਿਆਦਾ ਹੋਣ, ਉਹ ਜਿਹੜੇ ਨੇ ਉਹ ਤੀਜੇ ਹੀ ਰਹਿਣਗੇ, ਥਰਡ ਪਰਸਨ ਰਹਿਣਗੇ, ਲੇਕਿਨ ਉਹ ਬਹੁਵਚਨ ਹੋ ਜਾਣਗੇ, ਠੀਕ ਹੈ ਜੀ। ਹੋ ਸਕਦਾ ਸੁਣਨ ਹੀ ਥੋੜ੍ਹਾ ਜਿਹਾ ਲੱਗੇ ਤੁਹਾਨੂੰ ਕਿ ਬਹੁਤ ਸਾਰੀ ਚੀਜ਼ਾਂ ਦੱਸੀਆਂ, ਲੇਕਿਨ ਇਹਨੂੰ 2-4 ਵਾਰੀ ਸੁਣੋ। ਇਸ ਨੂੰ ਕੰਜੂਗੇਟ ਕਿਵੇਂ ਕਰਨਾ ਹੈ, ਇਹਦਾ ਰੂਪ ਕਿਵੇਂ ਕੱਢਣਾ ਹੈ। ਇਹ ਬਿਲਕੁਲ ਅਨੋਖਾ ਜਿਹਾ ਹੈਗਾ, ਇਹਨੂੰ ਯਾਦ ਹੀ ਕਰਨਾ ਪੈਣਾ ਕਿ ਇਹਦਾ ਲਿਖਣਾ ਕਿਵੇਂ ਹੈ। ਕਿਸੇ ਕਾਨੂੰਨ ਨੂੰ ਮੰਨਦਾ ਨਹੀਂ ਹੈ, ਥੋੜ੍ਹਾ ਅਜੀਬ ਜਿਹਾ ਹੈ। ਉਚਾਰਨ ਤੁਸੀਂ ਸੁਣ ਲਓ ਕਿ ਉਚਾਰਨ ਵਿੱਚ ਗਲਤੀ ਨਾ ਹੋਏ ਅੱਗੋਂ। Je veux, tu veux, il veut, elle veut, nous voulons, vous voulez, ils veulent, elles veulent। मायने होया जी, अगर हम समझिए, je veux, I want, मतलब होया I want, मैं चाहना। tu veux, you want, तू चाहना है। il veut, वो मुंडा चाहता है। elle veut, वो कुड़ी चाहती है। nous voulons, असी, मैं मेरी भैन या असी दो जने 3 जने मिल के असी कह रहे हैं कि असी सानू कोई चीज़ चाहिए है, असी nous voulons। वो वुले तुसी चाहते हो। इल वेल वो मुंडियां दा ग्रुप चाहता है, एल वेल वो कुड़ियां दा ग्रुप चाहता है।
ਇੱਥੇ ਤੱਕ ਤੇ ਕਹਾਣੀ ਫਿਰ ਵੀ ਠੀਕ ਹੈ। ਹੁਣ ਐਸੇ ਵਰਬ ਦਾ ਇਹ ਪ੍ਰੈਜ਼ੈਂਟ ਟੈਂਸ ਹੈ, ਠੀਕ ਹੈ ਜੀ, ਜੋ ਅਸੀਂ ਕੰਜੂਗੇਟ ਕੀਤਾ ਹੈ। ਹਾਲੀ ਤੱਕ ਪ੍ਰੈਜ਼ੈਂਟ ਵਿੱਚ ਹੀ ਕਰ ਰਹੇ ਹਾਂ ਅਸੀਂ। ਇਸੇ ਦਾ ਇੱਕ ਦੂਸਰੀ ਫਾਰਮ ਆਉਂਦੀ ਹੈ ਜਿਹੜੀ ਹੁਣ ਲਿਖ ਰਹੇ ਹਾਂ ਅਸੀਂ ਅੱਗੇ, ਇਹ ਆਉਂਦੀ ਹੈ ਜੀ je voudrais। ਇਹ ਕੰਡੀਸ਼ਨਲ ਹੁੰਦੀ ਹੈ, ਜਿਹੜਾ ਇਹਨੂੰ ਕਿਹਾ ਜਾਂਦਾ ਪ੍ਰੈਜ਼ੈਂਟ ਕੰਡੀਸ਼ਨਲ ਹੈ। ਲੇਕਿਨ ਮੈਂ ਜ਼ਿਆਦਾ ਗ੍ਰਾਮਰ ਦੀ ਡਿਟੇਲ ਵਿੱਚ ਨਾ ਜਾ ਕੇ ਬੇਸਿਕ ਚੀਜ਼ ਇੱਕ ਸਮਝਾਉਣਾ ਚਾਹਾਂਗਾ, ਜੋ ਥੋੜ੍ਹੀ ਜਿਹੀ ਪੰਜਾਬੀ 'ਚ ਮੈਨੂੰ ਹਾਲੇ ਪਤਾ ਨਹੀਂ, ਸਮਝ ਨਹੀਂ ਆਈ ਕਿ ਕਿਸ ਤਰੀਕੇ ਉਹ ਗ੍ਰਾਮਰ ਵਿੱਚ ਪੰਜਾਬੀ ਦੀ ਹੈਗੀ ਹੈ, ਕਿੱਥੇ ਨਹੀਂ ਹੈਗੀ। ਅਗਰ ਇਹਨੂੰ ਅੰਗਰੇਜ਼ੀ 'ਚ ਕਰੀਏ, je veux ਹੋ ਗਿਆ ਜੀ I want, ਠੀਕ ਹੈ ਜੀ, मैं चाहना। je voudrais ਜੋ ਹੈ ਉਹ ਪੋਲਾਈਟ ਫਾਰਮ ਹੈ, ਉਸੇ ਚੀਜ਼ ਨੂੰ ਕਹਿਣ ਦਾ ਇੱਕ ਸਲੀਕਾ ਪੋਲਾਈਟ ਹੈ। ਕਿਸੇ ਨਾਲ ਬਹੁਤ ਜ਼ਿਆਦਾ ਨਰਮੀ ਨਾਲ ਗੱਲ ਕਰਨੀ ਹੋਏ ਤੇ je voudrais, I would want। je veux ਦਾ ਮਾਇਨੇ ਹੋਇਆ I want, je voudrais I would want, ਜਾਂ ਇਹਨੂੰ ਅੱਜ ਕੱਲ੍ਹ ਇੰਝ ਵੀ ਅਸੀਂ ਕਹਿ ਦਿੰਦੇ ਹਾਂ I would like, ਠੀਕ ਹੈ ਜੀ। ਹੁਣ ਪੰਜਾਬੀ ਤੇ ਉਹੀ ਆਏਗਾ ਜੀ ਮੈਂ ਚਾਹੁੰਦਾ ਹਾਂ। ਪੰਜਾਬੀ 'ਚ ਵੁੱਡ ਕਰਕੇ ਉਸ ਤਰੀਕੇ ਤਰਜਮਾ ਹੋ ਨਹੀਂ ਸਕਦਾ ਉਸ। ਲੇਕਿਨ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਸ ਵੇਲੇ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਔਰ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਜਿਹੜੀ ਉਸ ਦੇ ਕੋਲ ਹੈ, ਉਹ ਲੈਣ ਵਾਸਤੇ, ਚਾਹੇ ਇਤਨੀ ਛੋਟੀ ਚੀਜ਼ ਹੋਏ ਕਿ ਉਹ ਟੇਬਲ 'ਤੇ ਪਿਆ ਹੈ, ਲੂਣ ਹੈ, ਤੁਸੀਂ ਉਹ ਵੀ ਲੈਣਾ ਹੈ, ਕਿਸੇ ਨੂੰ ਕਹਿਣਾ ਕਿ ਤੂੰ ਮੈਨੂੰ ਲੂਣ ਫੜਾ ਦੇ, ਤਾਂ ਵੀ ਅਸੀਂ ਜਿਹੜਾ ਹੈ ਅਸੀਂ ਇਸਤੇਮਾਲ ਕਰਨੀ ਹੈ ਜੋ ਫਾਰਮ ਹੈ, ਉਹ ਸੱਜੇ ਹੱਥ ਵਾਲੀ ਫਾਰਮ ਇਸਤੇਮਾਲ ਕਰਨੀ ਹੈ, ਜਿਹੜੀ ਕਿ ਉਹਨਾਂ ਦੀ ਪੋਲਾਈਟ ਫਾਰਮ ਹੈ। ਉਚਾਰਨ ਇਹਦਾ ਇੱਕ ਵਾਰੀ ਸੁਣ ਲੈਂਦੇ ਹਾਂ, ਸਿੱਖ ਲੈਂਦੇ ਹਾਂ। je voudrais, tu voudrais, il voudrait, elle voudrait, ਇੱਕੋ ਉਚਾਰਨ ਹੈ ਸਾਰਿਆਂ ਦਾ। ਅੱਗੇ ਥੋੜ੍ਹਾ ਜਿਹਾ ਚੇਂਜ ਹੁੰਦਾ ਹੈ, nous voudrions, vous voudriez, il voudrait, elle voudrait। ਇੱਕ ਹੋਰ ਵਰਬ ਅਸੀਂ ਦੇਖਿਆ ਹੈ, ਇੱਕ ਹੋਰ ਕਿਰਿਆ ਜੋ ਹੈ ਕਿ ਦੇਖੀ ਹੈ ਇਸ ਪਾਠ ਵਿੱਚ, ਉਹ ਹੈ ਆਸ਼ਤੇ। ਆਸ਼ਤੇ ਜੋ ਹੈ ਉਂਝ ਤੇ ER ਗਰੁੱਪ ਜਿਹੜਾ ਅਸੀਂ ਪਹਿਲੇ ਦੇਖ ਚੁੱਕੇ ਹਾਂ, ਵਰਬ ਜੋ ਕਿਰਿਆ ਹੈ ਉਹਨਾਂ ਵਿੱਚ ਆਉਂਦਾ ਹੈ। ਮੰਨਿਆ ਹੋਇਆ ਇਹਦਾ ਖਰੀਦਣਾ। ਇਹਦਾ ਦੇਖਦੇ ਹਾਂ ਕੰਜੂਗੇਸ਼ਨ ਕਿਵੇਂ ਹੁੰਦੀ ਹੈ। je, tu, il, elle ਤੇ ਉਸੇ ਤਰੀਕੇ ਹੈਗਾ। ਇਹਦੇ ਵਿੱਚ ਇੱਕ ਮਾਤਰਾ ਪੈਂਦੀ ਹੈ ਜਿਸ ਲਈ ਲਿਖਿਆ ਜਾਂਦਾ ਹੈ ਇਹਦਾ ਰੂਪ ਬਣਾਉਣ ਵੇਲੇ। ਪਹਿਲੇ ਇਹਦੀ ਮੁੱਢ ਜਿਹਨੂੰ ਕਹਿੰਦੇ ਨੇ ਉਹ ਜਿਸ ਲਈ ਉਤਾਰੀ ਜਾਂਦੀ ਹੈ। ਇਹ ਮਾਤਰਾ ਨੂੰ ਔਰ ਵੂ ਵਿੱਚ ਨਹੀਂ ਪੈ ਰਹੀ, ਅਗਰ ਤੁਸੀਂ ਧਿਆਨ ਦਿਓ। ਇਸੇ ਕਰਕੇ ਉਹਨੂੰ ਬਾਕੀ ਜਗ੍ਹਾ ਪੀਲਾ ਕਰਕੇ ਲਿਖਿਆ ਕਿ ਇਹ ਉਹਨਾਂ ਲਫ਼ਜ਼ਾਂ ਹੀ ਜਿਹੜਾ ਹੈ ਥੋੜ੍ਹਾ ਖਾਸ ਚੀਜ਼ ਹੈ। ਬਾਕੀ ਜਿਹੜਾ ਅੱਗੇ ਉਹਦਾ ਐਂਡਿੰਗ ਜਿਹਨੂੰ ਕਹਿੰਦੇ ਨੇ ਉਹ ਉਸੇ ਤਰੀਕੇ ਹੈ ਜਿਵੇਂ ER ਵਰਬ ਵਿੱਚ ਹੁੰਦਾ ਹੈ, ਜੋ ਅਸੀਂ ਦੇਖਦੇ ਆਏ ਹਾਂ ਪਿੱਛੇ। ਇਹਨੂੰ 2-4 ਵਾਰੀ ਦੇਖੋਗੇ, ਲਿਖੋਗੇ, ਯਾਦ ਕਰੋਗੇ, ਪੱਕਾ ਹੋ ਜਾਏਗਾ। ਇਹਦਾ ਉਚਾਰਨ ਦੇਖ ਲੈਂਦੇ ਹਾਂ। ਹੁਣ ਇਹਦੇ 'ਚ ਜ ਆਸ਼ਤ ਜਿਹੜਾ 2 ਲਿਖਿਆ ਹੋਇਆ ਹੈ, ਜੇ ਦੇ ਉੱਤੇ ਅਪੋਸਟ੍ਰੋਫ ਪੈਣਾ ਚਾਹੀਦਾ ਹੈ। ਤੁਹਾਨੂੰ ਪਹਿਲੇ ਦੱਸਿਆ ਸੀ E ਔਰ A ਇਕੱਠੇ ਹੋ ਗਏ ਤੇ ਵੋਵਲ ਆਏਗਾ, ਤੇ ਅਪੋਸਟ੍ਰੋਫ ਜਿਹੜਾ ਹੈ ਉਹ ਪੈਣਾ ਚਾਹੀਦਾ ਹੈ, ਤੇ ਉਹ ਮਿਲ ਕੇ ਬੋਲੇਗਾ ਜਾਸ਼ਤ। ਅੱਗੇ ਹੋ ਗਿਆ tu achètes, il achète, elle achète, nous achetons, vous achetez, il achète, elle achète। ਠੀਕ ਹੈ ਜੀ। ਨੂੰ ਔਰ ਵੂ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਉਚਾਰਨ ਇੱਕੋ ਹੈ, ਆਸ਼ਤ। ਅੱਗੇ ਇੱਕ ਹੋਰ ਅਸੀਂ ਦੇਖਿਆ ਹੈ ਜੋ ਵਜ਼ਨ ਕਰਨਾ ਕਿਸੇ ਚੀਜ਼ ਦਾ, ਪਜ਼ੇ। ਇਹ ਵੀ ER ਵਰਬ ਹੈ ਉਸੇ ਤਰੀਕੇ। ਹੁਣ ਇਸ ਦਾ ਵੀ ਦੇਖਦੇ ਹਾਂ ਕਿਵੇਂ ਬਣੇਗਾ। ਇਹਦੇ ਵਿੱਚ ਵੀ ਮਾਤਰਾ ਪੈ ਰਹੀ ਹੈ ਔਰ ਇਹਦੇ ਵਿੱਚ ਹੁਣ ਇਸ ਪਾਠ ਵਿੱਚ ਅਸੀਂ ਇੱਕ ਨਵਾਂ ਜਿਹੜਾ ਵਰਬ ਦੇਖਿਆ ਹੈ, ਅਸੀਂ ਸਿੱਖਿਆ ਹੈ, ਉਹ ਹੈਗਾ ਆਸ਼ਤੇ। ਆਸ਼ਤੇ ਦੇ ਮਾਇਨੇ ਹੋਇਆ ਖਰੀਦਣਾ। ER ਵਰਬ ਹੈ, ਉਹਦੀ ਐਂਡਿੰਗ ਉਹੀ ਰਹੇਗੀ ਜੋ ਪਹਿਲੇ ਸੀ, ਲੇਕਿਨ ਇਹਦੇ ਵਿੱਚ ਕੁਝ ਖਾਸੀਅਤ ਹੈ ਜਿਸ ਕਰਕੇ ਥੋੜ੍ਹਾ ਜਿਹਾ ਅਲੱਗ ਹੈ। ਹੁਣ ਜੇ ਦੇ ਉੱਤੇ ਤੁਸੀਂ ਦੇਖ ਰਹੇ ਹੋ ਅਪੋਸਟ੍ਰੋਫ ਪਾਇਆ ਹੈ, ਉਹ ਇਸ ਕਰਕੇ ਕਿਉਂਕਿ ਵਰਬ ਜਿਹੜਾ ਹੈ ਉਹ ਆਸ਼ਤੇ ਹੈ, A ਤੋਂ ਸ਼ੁਰੂ ਹੋ ਰਿਹਾ ਹੈ, ਵੋਵਲ ਹੈ A ਜਿਹੜਾ ਹੈ, ਇਸ ਕਰਕੇ ਉਹ ਜੇ ਦਾ E ਜਿਹੜਾ ਹੁੰਦਾ ਹੈ ਵੋਵਲ ਸਾਹਮਣੇ ਹੋਏ ਤੇ ਇੱਕ ਵੋਵਲ ਹਟਾ ਕੇ ਅਪੋਸਟ੍ਰੋਫ ਪਾਇਆ ਗਿਆ।
ਮੁੱਢ ਜਿਹੜੀ ਹੈ ਉਤਾਰਾਂਗੇ ਜਿਸ ਵੇਲੇ, ਉਸ ਵੇਲੇ ਇਹਦੇ ਵਿੱਚ ਇੱਕ ਮਾਤਰਾ ਪੈਂਦੀ ਹੈ ਜੋ ਕਿ ਆਮ ਤੌਰ 'ਤੇ ਨਹੀਂ ਪੈਂਦੀ ER ਵਰਬਸ ਵਿੱਚ। ਇਹਦੇ 'ਚ ਪੈ ਰਹੀ ਹੈ, ਜਿੱਥੇ ਜਿੱਥੇ ਪੈ ਰਹੀ ਹੈ ਉੱਥੇ ਉਹਨੂੰ ਪੀਲੇ ਅੱਖਰਾਂ 'ਚ ਤੁਹਾਡੇ ਸਾਹਮਣੇ ਰੱਖਿਆ ਗਿਆ ਹੈ। ER ਵਰਬ ਐਂਡਿੰਗ ਜਿਹੜੀ ਹੈ ਉਹ ਉਸੇ ਤਰੀਕੇ ਆਏਗੀ, ਤੁਹਾਡੇ ਸਾਹਮਣੇ ਆ ਗਈ ਹੈ। ਇਹਦਾ ਇੱਕ ਵਾਰੀ ਉਚਾਰਨ ਦੇਖ ਲੈਂਦੇ ਹਾਂ। j'achète, tu achètes, il achète, elle achète, nous achetons, vous achetez, ils achètent, elles achètent। मायने होया मैं खरीद रहा हाँ, तू खरीद रहा है, वो मुंडा खरीद रहा है, वो कुड़ी खरीद रही है। nous achetons असी खरीद रहे हाँ, vous achetez तुसी खरीद रहे हो, ils achètent मुंडियां दा ग्रुप खरीद रहा है, elles achètent कुड़ियां दा ग्रुप खरीद रहा है। पजे एक होर हैगा वर्ब जो असी देखा है, पजे मायने वजन करना। इन्हूं देखते हाँ, बिल्कुल आशते की तरह ही चलता है, उसी तरीके मात्रा पै रही है ਇਹਦੇ 'ਚ भी, नू और बू च नहीं पै रही, बाकी उसी तरीके पई है। और यदि एंडिंग भी उसी तरीके है, कोई फ़र्क नहीं है, जिवें आशते सेम टू सेम उसी तरीके है। अगे देखते हैं जो असी नवी चीज़ां भी देखिया, une pomme एक सेब, une pastèque एक तरबूज, une banane एक केला, une chemise एक कमीज़, un vêtement एक कोई भी कपड़ा,